Good morning, students. We are most welcome in our online classes. You know, students, that we have discussed your summary of your first chapter, the horse, in the previous video. So, in this video, we discuss your question answer. So, let's start the question answer, students. Your first question is: do you think the creator had made a greater number of large animals than little creatures? ਕੀ ਕਹਿੰਦੇ ਤੁਸੀਂ ਇਹ ਸੋਚਦੇ ਹੋ, ਤੁਸੀਂ ਇਹ ਕਿਉਂ ਸੋਚਦੇ ਹੋ ਕਿ ਜਿਹੜਾ ਕ੍ਰੀਏਟਰ ਆ ਗੋਡ ਹੈ ਕਿ ਉਹਨੇ ਕੀ ਹੈ ਲਾਰਜ ਨੰਬਰ ਆਫ ਜਿਹੜੇ ਐਨੀਮਲਸ ਆ ਉਹ ਲਿਟਲ ਕ੍ਰੀਏਚਰਸ ਦੇ ਨਾਲੋਂ ਜ਼ਿਆਦਾ ਬਣਾਏ ਹੋਏ ਆ। ਵਾਈ ਡੂ ਯੂ ਥਿੰਕ ਸੋ? ਤੁਸੀਂ ਇੱਦਾਂ ਕਿਉਂ ਸੋਚਦੇ ਹੋ? The creator was told that there was a very little of the heavier and harder stuff। ਕ੍ਰੀਏਟਰ ਨੂੰ ਕੀ ਕਿਹਾ ਗਿਆ ਸੀਗਾ ਕਿ ਉਹਨਾਂ ਕੋਲ ਜਿਹੜਾ ਹੈਵੀਅਰ ਅਤੇ ਹਾਰਡਰ ਸਟੱਫ ਹੈ ਜਿਹੜਾ ਉਹਨਾਂ ਕੋਲ ਥੋੜ੍ਹਾ ਹੈਗਾ। ਇਟ ਇਜ਼ ਪੋਸੀਬਲ ਦੈਟ ਦ ਕ੍ਰੀਏਟਰ ਔਨ ਹੀਅਰਿੰਗ ਦਿਸ ਚੇਂਜ ਹਿਜ਼ ਮਾਈਂਡ ਅਬਾਊਟ ਦ ਕਾਈਂਡ ਐਨੀਮਲ ਹੀ ਵਾਂਟਡ ਟੂ ਮੇਕ। ਵਾਈ ਡੂ ਯੂ ਥਿੰਕ ਸੋ? ਕਹਿੰਦੇ ਕਿ ਇਹ ਪੋਸੀਬਲ ਸੀਗਾ ਜਦੋਂ ਉਹਨਾਂ ਨੇ ਕ੍ਰੀਏਟਰ ਨੇ ਗੋਡ ਨੇ ਸੁਣਿਆ ਵੀ ਉਹਨਾਂ ਕੋਲ ਜਿਹੜਾ ਲਿਟਲ ਸਟੱਫ ਹੈਗਾ ਤਾਂ ਮਤਲਬ ਕਿ ਉਹਨੇ ਆਪਣਾ ਮਾਈਂਡ ਚੇਂਜ ਕਰ ਲਿਆ ਸੀ ਇੱਕ ਹੋਰ ਐਨੀਮਲ ਬਣਾਉਣ ਵਾਸਤੇ। ਠੀਕ ਹੈ, ਜਿਹੜਾ ਉਹ ਬਣਾਉਣਾ ਚਾਹੁੰਦੇ ਸੀ। ਤੁਸੀਂ ਇੱਦਾਂ ਕਿਉਂ ਸੋਚਦੇ ਹੋ? ਠੀਕ ਹੈ, ਆਨਸਰ ਕੀ ਹੈ ਬੱਚੇ? ਦ ਕ੍ਰੀਏਟਰ ਹੈਡ ਰੀਅਲੀ ਮੇਡ ਅ ਗ੍ਰੇਟਰ ਨੰਬਰ ਆਫ ਲਾਰਜ ਐਨੀਮਲ ਦੈਨ ਲਿਟਲ ਕ੍ਰੀਏਚਰਸ। ਕਿ ਇਹ ਕੀ ਹੈ ਰੀਅਲੀ ਸੱਚਮੁੱਚ ਗੋਡ ਨੇ ਕੀ ਹੈ ਜਿਹੜੇ ਲਿਟਲ ਕ੍ਰੀਏਚਰ ਦੀ ਤੋਂ ਜ਼ਿਆਦਾ ਕੀ ਹੈ ਲਾਰਜ ਐਨੀਮਲਸ ਬਣਾਏ ਆ। We think so because God's assistant told that he had used a large quantity of a heavier and harder material in creating big animals like the elephants, the whales, the lions and the pythons। ਤੇ ਉਹਨਾਂ ਦੇ ਜਿਹੜੇ ਗੋਡ ਦੇ ਅਸਿਸਟੈਂਟ ਸੀ ਮਤਲਬ ਕਿ ਉਹਨੇ ਕੀ ਦੱਸਿਆ ਸੀਗਾ ਕਿ ਜਿਹੜਾ ਗੋਡ ਹੈ ਕਿ ਉਹਨੇ ਕੀ ਹੈ ਜਿਹੜਾ ਬਹੁਤ ਸਾਰੇ ਕੀ ਹੈ ਲਾਰਜ ਕੁਆਂਟਿਟੀ ਯੂਜ਼ ਕਰ ਚੁੱਕਿਆ ਉਹ ਉਹਦਾ ਹਾਰਡਰ ਮਟੀਰੀਅਲ ਯੂਜ਼ ਕਰ ਚੁੱਕੇ ਕਾਹਦੇ ਵਿੱਚ ਉਹ ਜਿਹੜੇ ਬਿਗ ਐਨੀਮਲਸ ਆ ਲਾਈਕ ਐਲੀਫੈਂਟ ਵੇਲਸ ਲਾਇਨਸ ਨੂੰ ਅਤੇ ਪਾਈਥਨਸ ਨੂੰ ਬਣਾਉਣ ਵਾਸਤੇ। ਸੋ ਵੈਰੀ ਲਿਟਲ ਆਫ ਸੱਚ ਸਟੱਫ ਵਾਜ਼ ਔਨ ਨਾਓ ਇਨ ਸਟੋਰ। ਤਾਂ ਕਹਿੰਦੇ ਕਿ ਜਿਹੜਾ ਸਟੋਰ ਦੇ ਵਿੱਚ ਬਹੁਤ ਥੋੜ੍ਹਾ ਜਿਹਾ ਸਟੱਫ ਰਹਿ ਗਿਆ ਜਿੱਥੇ ਚੀਜ਼ ਮਤਲਬ ਕਿ ਗੋਡ ਨੇ ਜੋ ਵੀ ਹੈ ਕ੍ਰੀਏਚਰਸ ਬਣਾਏ ਨੇ। ਹੀ ਐਡਡ ਦਾ ਗੁੱਡ ਆਈਡੀਆ ਆਫ ਲਾਈਟ ਮਟੀਰੀਅਲ ਵਾਜ਼ ਦੇਅਰ ਆਰ ਮੇਕਿੰਗ ਮੋਰ ਐਨੀਮਲਸ। ਅਤੇ ਉਹਨਾਂ ਨੇ ਕੀ ਹੈ ਇੱਕ ਗੁੱਡ ਆਈਡੀਆ ਮਤਲਬ ਕਿ ਵਧੀਆ ਆਈਡੀਆ ਉਹਨਾਂ ਦੇ ਮਾਈਂਡ ਦੇ ਵਿੱਚ ਆਇਆ ਕਿ ਜਿਹੜਾ ਥੋੜ੍ਹਾ ਜਿਹਾ ਆਪਣੇ ਕੋਲ ਸਮਾਨ ਹੈਗਾ ਉਹਦੇ ਤੋਂ ਕਿ ਆਪਾਂ ਹੋਰ ਮੋਰ ਐਨੀਮਲਸ ਬਣਾ ਸਕਦੇ ਹਾਂ ਪੋਸੀਬਲੀ। ਦ ਕ੍ਰੀਏਟਰ ਚੇਂਜ ਹਿਜ਼ ਮਾਈਂਡ ਅਬਾਊਟ ਦ ਕਾਈਂਡ ਆਫ ਐਨੀਮਲ ਹੀ ਵਾਂਟਡ ਟੂ ਮੇਕ। ਤਾਂ ਇਸੇ ਕਰਕੇ ਕੀ ਹੈ ਗੋਡ ਨੇ ਆਪਣਾ ਮਾਈਂਡ ਚੇਂਜ ਕਰ ਲਿਆ ਸੀ ਜਿੱਦਾਂ ਉਹ ਕੀ ਹੈ ਐਨੀਮਲ ਹੋਰ ਬਣਾਉਣਾ ਚਾਹੁੰਦੇ ਸੀ। To save on the use of the heavier materials, he was careful enough to take only a little quantity of it। ਤਾਂ ਕੀ ਉਹਨਾਂ ਨੇ ਕਿ ਹੈਵੀਅਰ ਮਟੀਰੀਅਲ ਨੂੰ ਸੇਵ ਕਰਨ ਦੇ ਲਈ ਉਹਨਾਂ ਨੇ ਕਿ ਕੇਅਰਫੁਲੀ ਜਿਹੜਾ ਉਹਨਾਂ ਕੋਲ ਜੋ ਵੀ ਮਟੀਰੀਅਲਸ ਉਹਨੂੰ ਯੂਜ਼ ਕਰਕੇ ਕਿ ਇੱਕ ਉਹਦੀ ਥੋੜ੍ਹੀ ਲਿਟਲ ਕੁਆਂਟਿਟੀ ਯੂਜ਼ ਕੀਤੀ ਹੈ। ਹੀ ਡਿਡ ਨੋਟ ਗਿਵ ਇਟ ਹੌਰਨਸ ਔਰ ਕਲਾਸ। ਕਿ ਜਿਹੜੀ ਵੀ ਉਹਨਾਂ ਨੇ ਨਵੀਂ ਕ੍ਰੀਏਟੀਵਿਟੀ ਹੈ ਜਾਂ ਨਵਾਂ ਐਨੀਮਲ ਕ੍ਰੀਏਟ ਕੀਤਾ ਕਿਹੜਾ ਸੀ ਹਾਰਸ ਸੀਗਾ ਜਿਹਨੂੰ ਕਿ ਉਹਨਾਂ ਨੇ ਹੌਰਨ ਅਤੇ ਕਲਾਸ ਨਹੀਂ ਦਿੱਤੇ ਸੀਗੇ। ਹੀ ਗਿਵ ਇਟ ਟੀਥ ਟੂ ਚਿਊ ਓਨਲੀ। ਉਹਨੇ ਕੀ ਉਹਨੂੰ ਟੀਥ ਦਿੱਤੇ ਸੀ ਜਸਟ ਚਬਾਉਣ ਦੇ ਲਈ। ਆਲ ਦਿਸ ਸ਼ੋਜ਼ ਦਾ ਚੇਂਜ ਆਫ ਹਿਜ਼ ਮਾਈਂਡ। ਅਤੇ ਸਾਰੀਆਂ ਚੀਜ਼ਾਂ ਕੀ ਸ਼ੋਅ ਕਰਦੀਆਂ ਉਹਨਾਂ ਦੇ ਚੇਂਜ ਆਫ ਮਾਈਂਡ ਨੂੰ ਸ਼ੋਅ ਕਰਦੀਆਂ। ਇਹਦੇ ਵਿੱਚ ਕੀ ਦੱਸਿਆ ਗਿਆ ਬੱਚੇ ਕੁਐਸਚਨ ਦੇ ਵਿੱਚ ਕਿ ਗੋਡ ਨੇ ਕੀ ਲਿਟਲ ਐਨੀਮਲਸ ਦੇ ਥਾਂ 'ਤੇ ਕ੍ਰੀਏਚਰ ਦੇ ਥਾਂ 'ਤੇ ਲਾਰਜ ਨੰਬਰ ਬਣਾਏ ਸੀ ਜ਼ਿਆਦਾ ਐਨੀਮਲਸ ਕ੍ਰੀਏਟ ਕੀਤੇ। ਯੈਸ ਉਹਨਾਂ ਨੇ ਕ੍ਰੀਏਟ ਕੀਤੇ ਆ ਬਟ ਜਦੋਂ ਉਹਨਾਂ ਨੂੰ ਕੀ ਦੱਸਿਆ ਗਿਆ ਸੀ ਕਿ ਉਹਨਾਂ ਕੋਲ ਹੈਵੀਅਰ ਸਟੱਫ ਕੀ ਆ ਥੋੜ੍ਹਾ ਰਹਿ ਗਿਆ ਤਾਂ ਫਿਰ ਉਹਨਾਂ ਨੇ ਆਪਣੇ ਜਿਹੜੇ ਮਾਈਂਡ ਸੀ ਉਹ ਚੇਂਜ ਕਰਕੇ ਕੀ ਕੀਤਾ ਸੀਗਾ ਜਿਹੜਾ ਵੀ ਉਹਨਾਂ ਕੋਲ ਲਾਈਟ ਜੋ ਵੀ ਸਟੱਫ ਰਹਿ ਗਿਆ ਸੀ ਉਹਦੇ ਤੋਂ ਉਹਨਾਂ ਨੇ ਕੀ ਇੱਕ ਨਿਊ ਕ੍ਰੀਏਸ਼ਨ ਕੀਤੀ ਸੀਗੀ ਹਾਰਸ ਦੀ ਜਿਹਨੂੰ ਕਿ ਉਹਨਾਂ ਨੇ ਹੌਰਨਸ ਅਤੇ ਕਲੌਜ਼ ਨਹੀਂ ਦਿੱਤੇ ਸੀ ਉਹਨੂੰ ਟੀਥ ਦਿੱਤੇ ਸੀ ਓਨਲੀ ਚਿਊ ਕਰਨ ਵਾਸਤੇ। ਇਹ ਤੋਂ ਹੀ ਪਤਾ ਲੱਗਦਾ ਕਿ ਉਹਨਾਂ ਨੇ ਆਪਣਾ ਮਾਈਂਡ ਸੀ ਜਿਹੜਾ ਚੇਂਜ ਕਰ ਲਿਆ ਸੀ। ਨੈਕਸਟ ਕੁਐਸਚਨ ਹੈ ਕੰਸੀਡਰਿੰਗ what happens later in the story do you think the creator realized what would happen to the horse when he made it। ਕਹਿੰਦੇ ਇਸ ਤੋਂ ਬਾਅਦ ਸਟੋਰੀ ਦੇ ਵਿੱਚ ਕੀ ਹੁੰਦਾ ਕਿ ਕ੍ਰੀਏਟਰ ਨੂੰ ਇਹ ਚੀਜ਼ ਰਿਲਾਈਜ਼ ਸੀਗੀ ਕਿ ਜਿਹੜੀ ਚੀਜ਼ ਉਹ ਬਣਾ ਰਿਹਾ ਹੈਗਾ ਠੀਕ ਹੈ ਉਹਦੇ ਨਾਲ ਅੱਗੇ ਕੀ ਹੋਊਗਾ। ਡਿਡ ਦਾ ਕ੍ਰੀਏਟਰ ਗਿਵ ਦਾ ਹਾਰਸ ਇਟਸ ਅ ਯੂਨੀਕ ਕੁਆਲਿਟੀਜ਼ ਔਨ ਪਰਪਸ। ਕੀ ਕ੍ਰੀਏਟਰ ਨੇ ਗੋਡ ਨੇ ਹਾਰਸ ਨੂੰ ਕੁਝ ਯੂਨੀਕ ਕੁਆਲਿਟੀਜ਼ ਦਿੱਤੀਆਂ ਸੀਗੀਆਂ। ਹਾਊ ਡੂ ਯੂ ਨੋ? ਤੁਸੀਂ ਕਿਵੇਂ ਜਾਣਦੇ ਹੋ? ਠੀਕ ਹੈ, ਪਹਿਲਾਂ ਕੀ ਕਿ ਉਹਨਾਂ ਨੂੰ ਰਿਲਾਈਜ਼ ਸੀਗਾ ਕਿ ਹਾਰਸ ਨੂੰ ਬਣਾ ਰਹੇ ਜਾ ਰਹੇ ਨੇ ਤਾਂ ਉਹਦੇ ਨਾਲ ਕੀ ਹੋਊਗਾ। ਠੀਕ ਹੈ, ਉਸ ਤੋਂ ਬਾਅਦ ਹੈ ਕਿ ਉਹਨਾਂ ਨੇ ਹਾਰਸ ਨੂੰ ਕੁਝ ਯੂਨੀਕ ਮਤਲਬ ਕਿ ਕੀ ਹੈ ਕੁਆਲਿਟੀਜ਼ ਦਿੱਤੀਆਂ ਸੀ ਕਿ ਨਹੀਂ ਦਿੱਤੀਆਂ ਸੀਗੀਆਂ। ਆਨਸਰ ਕੀ ਆ?
द क्रिएटर डिड नॉट रियलाइज वट वुड हैपन टू द हॉर्स आफ्टर ही मेड इट, कि गॉड ਨੂੰ ਇਸ ਚੀਜ਼ ਦਾ ਬਿਲਕੁਲ ਵੀ ਗॉड ਨੂੰ ਇਹ ਚੀਜ਼ ਰਿਲਾਈਜ਼ ਨਹੀਂ ਸੀਗੀ ਕਿ ਗॉड ਕੀ ਹੈ ਹਾਰਸ ਦੇ ਨਾਲ ਕੀ ਹੋਊਗਾ ਜਦੋਂ ਉਹਨੂੰ ਬਣਾਊਗਾ। ਹੀ ਗਿਵ ਦ ਹਾਰਸ ਸਮ ਯੂਨੀਕ ਕੁਆਲਿਟੀਜ਼ ਔਨ ਪਰਪਸ, ਤਾਂ ਉਹਨੇ ਕੀ ਆ ਹਾਰਸ ਨੂੰ ਕੁਝ ਯੂਨੀਕ ਕੁਆਲਿਟੀਜ਼ ਦਿੱਤੀਆਂ ਸੀ ਕੁਝ ਉਦੇਸ਼ ਦੇ ਲਈ, ਪਰਪਸ ਦੇ ਲਈ। ਹੀ ਡਿਡ ਨੋਟ ਗਿਵ ਇਟ ਹੌਰਨਸ ਔਰ ਕਲੌਜ਼, ਉਹਨੂੰ ਕੀ ਉਹਨੂੰ ਸਿੰਗ ਤੇ ਕੀ ਪੰਜੇ ਨਹੀਂ ਦਿੱਤੇ ਗਏ ਸੀ। he gave it teeth to chew only, in making it he used such stuff as the air and sky are made of, ਕਿ ਉਹਨੂੰ ਕੀ ਟੀਥ ਦਿੱਤੇ ਸੀ ਚਿਊ ਕਰਨ ਵਾਸਤੇ, ਅਤੇ ਜਿਹੜਾ ਹਾਰਸ ਨੂੰ ਜਿਹੜਾ ਬਣਾਇਆ ਗਿਆ ਉਹ ਕਿਸ ਸਟੱਫ ਦੇ ਨਾਲ ਬਣਾਇਆ ਗਿਆ ਜਿਹਦੇ ਨਾਲ ਕੀ ਆਪਣੀ ਸਕਾਈ ਅਤੇ ਏਅਰ ਬਣਦੀ ਹੈਗੀ। He did all this to save the heavier and harder materials, most of which had already been spent in the creation of big animals। तो ਕੀ ਆ ਉਹ ਕੀ ਹੈਵੀ ਸਟੱਫ ਨੂੰ ਕੀ ਆ ਹੈਵੀਅਰ ਅਤੇ ਹਾਰਡਰ ਸਟੱਫ ਨੂੰ ਕੀ ਸੇਵ ਕਰਨਾ ਚਾਹੁੰਦੇ ਸੀ, ਜਿਹੜਾ ਕਿ ਉਹ ਪਹਿਲਾਂ ਹੀ ਜਿਹੜੇ ਬਿਗ ਐਨੀਮਲਸ ਨੂੰ ਕ੍ਰੀਏਟ ਕਰਨ 'ਤੇ ਕੀ ਸਪੈਂਡ ਕਰ ਚੁੱਕੇ ਸੀ। ਵੀ ਵਾਂਟਡ ਟੂ ਯੂਜ਼ ਲਾਈਟਰ ਸਟੱਫ ਮੋਰ ਦੈਨ ਦਾ ਹੈਵੀਅਰ ਵਨ, ਕੀ ਆ ਉਹ ਕੀ ਚਾਹੁੰਦਾ ਸੀਗੇ ਕਿ ਹੈਵੀ ਸਟੱਫ ਦੇ ਥਾਂ 'ਤੇ ਕੀ ਹੈ ਲਾਈਟ ਸਟੱਫ ਨੂੰ ਯੂਜ਼ ਕੀਤਾ ਜਾਵੇ। ਸੋ ਹੀ ਗਿਵ ਦਾ ਹਾਰਸ ਓਨਲੀ ਅ ਲਿਟਲ ਕੁਆਂਟਿਟੀ ਆਫ ਇਟ, ਅਤੇ ਇਸੇ ਕਰਕੇ ਕਿ ਉਹਨੇ ਹਾਰਸ ਨੂੰ ਦੀ ਜਿਹੜਾ ਹੈਵੀ ਸਟੱਫ ਸੀ ਸਾਰੇ ਸਟੱਫ ਦੀ ਕਿ ਥੋੜ੍ਹੀ ਜਿਹੀ ਕੁਆਂਟਿਟੀ ਦੇ ਵਿੱਚ ਬਣਾਇਆ ਸੀ। ਸੋ ਹੀ ਗਿਵ ਦਾ ਹਾਰਸ ਸਮ ਕੁਆਲਿਟੀ ਵਿਚ ਵਰ ਫਾਊਂਡ ਇਨ ਅਦਰ ਐਨੀਮਲਸ, ਤਾਂ ਉਹਨਾਂ ਨੇ ਕੀ ਆ ਹੋਰ ਵੀ ਉਹਨੂੰ ਕੁਆਲਿਟੀਜ਼ ਦਿੱਤੀਆਂ ਸੀਗੀਆਂ ਜਿਹੜੀਆਂ ਹੋਰ ਵੀ ਐਨੀਮਲਸ ਦੇ ਵਿੱਚ ਆਪਾਂ ਦੇਖ ਸਕਦੇ ਹਾਂ। ਇਹਦੇ ਵਿੱਚ ਕੀ ਸੀ ਕਿ ਪਹਿਲਾਂ ਕਿ ਉਹਨੂੰ ਰਿਲਾਈਜ਼ ਨਹੀਂ ਸੀ ਗॉड ਨੂੰ ਕਿ ਉਹਦੇ ਨਾਲ ਕੀ ਹੋਊਗਾ, ਠੀਕ ਹੈ। ਫਿਰ ਉਹਨੇ ਕਿ ਉਹਨੂੰ ਕੁਆਲਿਟੀਜ਼ ਦਿੱਤੀਆਂ ਸੀ। ਹਾਰਸ ਨੂੰ ਕੀ ਦਿੱਤਾ ਸੀਗਾ, ਉਹਨੂੰ ਹੌਰਨਸ ਅਤੇ ਕਲੌਜ਼ ਨਹੀਂ ਦਿੱਤੇ ਸੀ, ਟੀਥ ਦਿੱਤੇ ਸੀ ਜਿਸ ਨਾਲ ਚੀਕ ਕਰਨ ਦੇ ਲਈ। ਉਹ ਕਿਸੇ ਸਟੱਫ ਦਾ ਬਣਾਇਆ ਸੀ ਸਕਾਈ ਅਤੇ ਏਅਰ ਦਾ, ਜਿੱਤੋਂ ਸਕਾਈ ਅਤੇ ਏਅਰ ਦਾ ਮੇਡ ਆਫ ਹੁੰਦੀ ਹੈ, ਠੀਕ ਹੈ। ਉਸ ਤੋਂ ਇਲਾਵਾ ਉਹਨੇ ਕਿਉਂ ਬਣਾਇਆ ਸੀ ਕਿ ਹੈਵੀਅਰ ਅਤੇ ਹਾਰਡਰ ਸਟੱਫ ਨੂੰ ਕੀ ਹੈ ਸੇਵ ਕਰਨ ਵਾਸਤੇ। ਤਾਂ ਸਟੂਡੈਂਟਸ ਉਹਨਾਂ ਨੇ ਕੀ ਕੀਤਾ ਸੀਗਾ ਕਿ ਜਿਹੜੇ ਇਸੇ ਕਰਕੇ ਕਿ ਜਿਹੜਾ ਹਾਰਸ ਨੂੰ ਆ ਕੁਝ ਕੁਆਲਿਟੀਜ਼ ਇੱਦਾਂ ਦੀਆਂ ਦਿੱਤੀਆਂ ਸੀ ਜਿਹੜੀਆਂ ਆਪਾਂ ਦੂਜੇ ਐਨੀਮਲਸ ਦੇ ਵਿੱਚ ਵੀ ਦੇਖ ਸਕਦੇ ਹਾਂ। ਸੋ ਨੈਕਸਟ ਕੁਐਸਚਨ ਹੈ, ਵਾਈਸ ਮੈਨ ਸੇਜ਼ that such a thing happens when you have too much of the wind and sky stuff in you, what does wind and sky stuff signify। ਕਹਿੰਦੇ ਜਿਹੜੇ ਵਾਈਸ ਮੈਨ ਕੀ ਕਹਿੰਦੇ ਆ, ਜੋ ਕਹਿੰਦੇ ਕੀ ਹੁੰਦਾ ਗਾ ਜਦੋਂ ਕਿ ਤੁਹਾਡੇ ਕੋਲੇ ਕੀ ਆ ਵਾਈਂਡ ਐਂਡ ਸਕਾਈ ਦਾ ਸਟੱਫ ਹੋਵੇ, ਤਾਂ ਤੁਹਾਡੇ ਕੋਲੇ ਇਹ ਚੀਜ਼ਾਂ ਹੋਣ ਤਾਂ ਕੀ ਹੋਊਗਾ, ਅਤੇ ਵਾਈਡ ਅਤੇ ਸਕਾਈ ਜਿਹੜਾ ਸਟੱਫ ਆ ਉਹ ਕਿਸ ਚੀਜ਼ ਨੂੰ ਸਿਗਨੀਫਾਈ ਕਰਦਾ, ਉਹਦਾ ਕੀ ਮਤਲਬ ਹੈ। ਆਨਸਰ ਕੀ ਹੈ, ਦ ਵਾਈਂਡ ਐਂਡ ਸਕਾਈ ਸਟੱਫ ਸਿਗਨੀਫਾਈ ਲਾਈਟਨੈਸ ਐਂਡ ਫਰੀਡਮ ਆਫ ਮੂਵਮੈਂਟ। ਕਿਸ ਚੀਜ਼ ਨੂੰ ਸਿਗਨੀਫਾਈ ਕਰਦਾ ਹੈ, ਲਾਈਟਨੈਸ ਅਤੇ ਫਰੀਡਮ ਆਫ ਮੂਵਮੈਂਟ, ਕਿ ਫਰੀਡਮ ਕਿਸੇ ਵੀ ਚੀਜ਼ ਦੀ ਫਰੀਡਮ ਹੋਣੀ, ਠੀਕ ਹੈ, ਉਹਦੇ ਲਈ ਹਲਕੀਆਂ ਲਾਈਟਨੈਸ ਚੀਜ਼ਾਂ ਦਾ ਯੂਜ਼ ਹੋਣਾ। ਦ ਹਾਰਸ ਵਿੱਚ ਹੈਡ ਟੂ ਮੱਚ ਆਫ ਦਿਸ ਸਟੱਫ ਇਨ ਇਟ, ਠੀਕ ਹੈ, ਕਿ ਹਾਰਸ ਦੇ ਵਿੱਚ ਕੀ ਹੈ ਜਿਹੜਾ ਇਹ ਸਟੱਫ ਆ ਏਅਰ ਅਤੇ ਵਾਈਂਡ ਵਾਲਾ ਬਹੁਤ ਜ਼ਿਆਦਾ ਹੈਗਾ। ਵਾਂਟ ਟੂ ਰਨ ਅਬਾਊਟ ਫੀਅਰਲੀ ਐਂਡ ਵਿਦਾਊਟ ਐਨੀ ਪਰਪਸ, ਕਿ ਜਿਹੜਾ ਕੀ ਆ ਫੀਅਰਲੀ ਰਨ ਕਰਦਾ ਅਤੇ ਕੀ ਆ ਵਿਦਾਊਟ ਐਨੀ ਪਰਪਸ, ਉਹਦਾ ਕੋਈ ਉਦੇਸ਼ ਨਹੀਂ ਬਟ ਫਿਰ ਵੀ ਬਹੁਤ ਜ਼ਿਆਦਾ ਕੀ ਆ ਫੀਅਰਲੀ ਰਨ ਕਰਦਾ। ਇਟ ਰਨ ਵਿਦ ਦਾ ਵਾਈਂਡ, ਇਹ ਕੀ ਆ ਹਵਾ ਦੇ ਵਾਂਗ ਕੀ ਹੈ ਦੌੜਦਾ। ਇਟ ਰਨ ਫਾਸਟ ਟੂ ਦਾ ਪਲੇਸ ਵੇਅਰ ਸਕਾਈ ਐਂਡ ਅਰਥ ਸੀਮ ਟੂ ਮੀਟ, ਕਹਿੰਦੇ ਕੀ ਹੈ ਇੰਨਾ ਜ਼ਿਆਦਾ ਫਾਸਟ ਰਨ ਕਰਦਾ ਇਹ ਉੱਥੇ ਪਹੁੰਚ ਜਾਂਦਾ ਉਸ ਜਗ੍ਹਾ 'ਤੇ ਜਿੱਥੇ ਕੀ ਆ ਅਰਥ ਅਤੇ ਸਕਾਈ ਕੀ ਆ ਆਪਸ 'ਚ ਮਿਲਦੇ, ਕਿ ਇੰਨਾ ਜ਼ਿਆਦਾ ਫਾਸਟ ਦੌੜਦਾ। ਇਟ ਵਾਂਟ ਟੂ ਰਨ ਐਂਡ ਰਨ ਅਬਾਊਟ ਫੀਅਰਲੀ, ਠੀਕ ਹੈ, ਇਹ ਕੀ ਹੈ ਇਹ ਦੌੜਨਾ ਚਾਹੁੰਦਾ ਅਤੇ ਕੀ ਹੈ ਜੋ ਦੌੜਨਾ ਵੀ ਕੀ ਚਾਹੁੰਦਾ ਹੈ ਫਰੀਡਮ ਦੇ ਨਾਲ। ਕਿ ਵਾਈਂਡ ਅਤੇ ਸਕਾਈ ਦਾ ਮਤਲਬ ਕੀ ਹੈ, ਕਿਸ ਚੀਜ਼ ਦੀ ਸਿਗਨੀਫਾਈ ਹੈ ਇਹ ਫਰੀਡਮ ਆਫ ਮੂਵਮੈਂਟ ਅਤੇ ਲਾਈਟਨੈਸ ਦਾ। ਉਸ ਤੋਂ ਬਾਅਦ ਕੀ ਆ ਹਾਰਸ ਦੇ ਵਿੱਚ ਕੀ ਹੈ ਸਕਾਈ ਅਤੇ ਕਿਹੜਾ ਵਾਈਂਡ ਆ ਉਹਦਾ ਕੀ ਸਟੱਫ ਬਹੁਤ ਜ਼ਿਆਦਾ ਆ। ਕੀ ਹੈ ਇਹ ਜਿਹੜਾ ਹਾਰਸ ਆ ਵਿਦਾਊਟ ਐਨੀ ਪਰਪਸ, ਠੀਕ ਹੈ, ਫੀਅਰਲੀ ਰਨ ਕਰਦਾ, ਉਹ ਕੀ ਹੈ ਹਵਾ ਦੇ ਨਾਲ ਹੀ ਦੌੜਦਾ ਹੈਗਾ ਵਾਈਂਡ ਦੇ ਨਾਲ, ਤਾਂ ਇੰਨਾ ਫਾਸਟ ਦੌੜਦਾ ਕਿ ਉਸ ਪਲੇਸ 'ਤੇ ਪਹੁੰਚ ਜਾਂਦਾ ਜਿੱਥੇ ਕੀ ਹੈ ਸਕਾਈ ਅਤੇ ਅਰਥ ਦੀ ਮੀਟ ਹੁੰਦਾ ਹੈਗਾ। ਸੋ ਨੈਕਸਟ ਕੁਐਸਚਨ ਹੈ ਸਟੂਡੈਂਟ, ਵਿਚ ਆਫ ਦਾ ਫੋਲੋਇੰਗ ਕਰੈਕਟਰਿਸਟਿਕਸ ਆਫ ਦਾ ਹਾਰਸ ਡੂ ਯੂ ਐਡਮਾਇਰ ਮੋਸਟ। ਉਹ ਕਿਹੜੀ ਕਰੈਕਟਰਿਸਟਿਕਸ ਨੇ ਜਿਨ੍ਹਾਂ ਤੋਂ ਤੁਸੀਂ ਹਾਰਸ ਦੇ ਜ਼ਿਆਦਾ ਐਡਮਾਇਰ ਹੁੰਦੇ ਹੋ, ਠੀਕ ਹੈ। ਅੱਗੇ ਇਹਨਾਂ ਨੇ ਆਪਸ਼ਨਸ ਦਿੱਤੀ ਹੈ, ਪਹਿਲੀ ਹੈ ਡਿਜ਼ਾਇਰ ਆਫ ਫਰੀਡਮ, teeth that can chew but not bite, describe to run without a purpose, unfulness of the battlefield, no taste of for battles, no desire to fight or kill। ਇਹਨਾਂ ਸਾਰੀਆਂ ਆਪਸ਼ਨ ਦੇ ਵਿੱਚੋਂ ਕੀ ਕਹਿੰਦੇ ਆ, ਫਿਰ ਉਹ ਕਹਿੰਦੇ ਇਫ ਯੂ ਵਰ ਦਾ ਕ੍ਰੀਏਟਰ ਵੁੱਡ ਯੂ ਹੈਵ ਮੇਡ ਦਾ ਹਾਰਸ ਡਿਫਰੈਂਟਲੀ, ਕਿ ਜੇ ਤੁਸੀਂ ਕ੍ਰੀਏਟਰ ਹੋਵੋ ਤਾਂ ਕੀ ਤੁਸੀਂ ਹਾਰਸ ਨੂੰ ਕੁਛ ਹੋਰ ਤਰੀਕੇ ਨਾਲ ਬਣਾਓਗੇ ਤਾਂ ਜਾਂ ਉਹਦੇ 'ਚ ਕੀ ਮਤਲਬ ਕਿ ਹੋਰ ਕੁਆਲਿਟੀਜ਼ ਪਾਓਗੇ। ਉਹਨਾਂ ਨੇ ਆਨਸਰ ਕਿਹੜਾ ਚੂਜ਼ ਕੀਤਾ, ਯੂਜ਼ਫੁਲਨੈਸ ਔਨ ਦਾ ਬੈਟਲ ਫੀਲਡ, ਕਿ ਜਿਹੜਾ ਹਾਰਸ ਆ ਉਹਦੀ
ਜਿਹੜੀ ਯੂਸਫੁਲ ਆ ਉਹਦੀ ਜਿਹੜਾ ਆਪਾਂ ਕਹਿ ਸਕਦੇ ਹਾਂ ਲਾਭ ਉਹ ਕਿੱਥੇ ਆਪਾਂ ਬੈਟਰ ਫੀਲਡ ਦੇ ਵਿੱਚ ਲੈ ਸਕਦੇ ਹਾਂ। ਦ ਕ੍ਰੀਏਟਰ ਨੋਜ਼ ਬੈਸਟ, ਕ੍ਰੀਏਟਰ ਚੰਗੀ ਤਰ੍ਹਾਂ ਜਾਣਦਾ, ਗੋਡ ਚੰਗੀ ਤਰ੍ਹਾਂ ਜਾਣਦਾ। ਨੋ ਵਨ ਕੈਨ ਜੱਜ ਥਿੰਕ ਬੈਟਰ ਦੈਨ, ਅਤੇ ਕੋਈ ਵੀ ਬੰਦਾ ਜਿਹੜੀ ਹੈ ਗੋਡ ਤੋਂ ਜ਼ਿਆਦਾ ਕਿਸੇ ਵੀ ਚੀਜ਼ ਨੂੰ ਉਸ ਤੋਂ ਇਲਾਵਾ ਕੀ ਜੱਜ ਨਹੀਂ ਕਰ ਸਕਦਾ। ਇਫ ਆਈ ਵਰ ਟੂ ਮੇਕ ਦਾ ਹਾਰਸ, ਕਹਿੰਦੇ ਜੇ ਮੈਂ ਹਾਰਸ ਨੂੰ ਕ੍ਰੀਏਟ ਕਰਦਾ, ਆਈ ਕੁਡ ਨਾਟ ਹੈਵ ਡਨ ਇਟ ਡਿਫਰੈਂਟਲੀ, ਅਤੇ ਮੈਂ ਇਹਨੂੰ ਚੰਗੀ ਕਿ ਡਿਫਰੈਂਟ ਤਰੀਕੇ ਦੇ ਨਾਲ ਨਹੀਂ ਬਣਾ ਸਕਦਾ ਸੀ। ਆਲ ਥਿੰਗਸ ਗ੍ਰੇਟ ਔਰ ਸਮਾਲ that God has made are models of perfection and wonderful workmanship, ਕਹਿੰਦੇ ਜਿਹੜੀਆਂ ਸਾਰੀਆਂ ਥਿੰਗਸ ਆ ਗੋਡ ਨੇ ਜਿਹੜੀਆਂ ਬਣਾਈਆਂ, ਚਾਹੇ ਛੋਟੀਆਂ ਨੇ ਚਾਹੇ ਵੱਡੀਆਂ ਨੇ, ਉਹ ਸਾਰੀਆਂ ਕੀ ਨੇ, ਪਰਫੈਕਸ਼ਨ ਨੇ, ਪਰਫੈਕਟ ਮਾਡਲ ਨੇ, ਠੀਕ ਹੈ, ਵੰਡਰਫੁੱਲ ਆ ਗੋਡ ਦੀ ਜਿਹੜੀ ਕ੍ਰੀਏਸ਼ਨ ਆ। ਆਪਾਂ ਉਹਦੇ ਦੇ ਕਦੇ ਵੀ ਕੀ ਆਪਾਂ ਜੱਜਮੈਂਟ ਨਹੀਂ ਕਰ ਸਕਦੇ। So students, in this video we discuss only your 4 question. You learn these questions students. If you have any problem you can ask me and you can talk me anywhere and anytime, okay? So please learn the question answer. So in this video, thank you, have a nice day.